ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਈਵੈ ਜਾਣੀਐ, ਸਭ ਆਪੇ ਸਚਿਆਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਈਵੈ ਜਾਣੀਐ, ਸਭ ਆਪੇ ਸਚਿਆਰ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਚੌਥੀ ਪੌੜੀ ਦੀ ਪ੍ਰਾਰੰਭਤਾ ਅੱਜ ਆਪਾਂ ਨੇ ਕਰਨੀ ਹੈ। ਇਸ ਪੌੜੀ ਦੀ ਪ੍ਰਾਰੰਭਤਾ ਸਤਿਗੁਰੂ ਜੀ ਇਸ ਬਚਨ ਤੋਂ ਕਰਦੇ ਨੇ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਸਦੀਵੀ ਰਹਿਣ ਵਾਲੇ ਪਰਮਾਤਮਾ ਦਾ ਇਨਸਾਫ ਸੱਚਾ ਹੈ, ਔਰ ਉਹਦੀ ਬੋਲੀ, ਭਾਖਿਆ ਦਾ ਅਰਥ ਹੁੰਦਾ ਹੈ ਬੋਲੀ, ਉਹਦੀ ਬੋਲੀ ਪ੍ਰੇਮ ਹੈ। ਇਸ ਪਹਿਲੀ ਪੰਕਤੀ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ ਸਾਧ ਸੰਗਤ, ਕਿਉਂਕਿ ਬਾਕੀ ਸਾਰੀਆਂ ਪੰਕਤੀਆਂ ਦੇ ਨਾਲ ਇਹ ਪੰਕਤੀ ਰਿਲੇਟ ਜ਼ਰੂਰ ਹੋਏਗੀ, ਜੁੜੇਗੀ ਜ਼ਰੂਰ, ਫਿਰ ਹੀ ਬਾਕੀ ਪੰਕਤੀਆਂ ਸਮਝ ਲੱਗਣੀਆਂ ਨੇ। ਇਸ ਪੌੜੀ ਦੇ ਵਿੱਚ ਮੇਰੇ ਸਤਿਗੁਰੂ ਜੀ ਨੇ ਦੋ ਸਵਾਲ ਕੀਤੇ ਨੇ। ਇੱਕ ਸਵਾਲ ਹੈ, ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮਨੁੱਖ ਦਾ ਮਕਸਦ ਹੈ ਪਰਮਾਤਮਾ ਦੇ ਦਰ ਤੱਕ ਪਹੁੰਚਣਾ। ਮਨੁੱਖ ਦਾ ਮਕਸਦ ਹੈ ਪਰਮਾਤਮਾ ਦੇ ਪਿਆਰ ਨੂੰ ਹਾਸਲ ਕਰਨਾ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਸਵਾਲ ਕੀਤੇ ਨੇ ਵੀ ਉਸ ਪਰਮਾਤਮਾ ਦੇ ਅੱਗੇ ਕੀ ਰੱਖੀਏ ਕਿ ਉਹਦਾ ਦਰਬਾਰ ਦਿਸ ਪਵੇ। ਉਸ ਪਰਮਾਤਮਾ ਨੂੰ ਕੀ ਬੋਲ ਬੋਲੀਏ ਕਿ ਉਹਦਾ ਪਿਆਰ ਮਿਲ ਜਾਵੇ। ਅਸੀਂ ਦੁਨੀਆ ਦੀ ਗੱਲ ਕਰੀਏ ਨਾ ਸਾਧ ਸੰਗਤ, ਕੋਈ ਦੁਨਿਆਵੀ ਬਾਦਸ਼ਾਹ ਹੋਵੇ, ਦੁਨਿਆਵੀ ਬਾਦਸ਼ਾਹ ਦੀ ਖੁਸ਼ੀ ਲੈਣ ਲਈ ਆਮ ਤੌਰ 'ਤੇ ਪ੍ਰਜਾ ਦੋ ਕੰਮ ਕਰਦੀ ਹੈ। ਪਹਿਲਾ ਕੰਮ ਇਹ ਕਰਦੀ ਹੈ ਵੀ ਜਦੋਂ ਵੀ ਬਾਦਸ਼ਾਹ ਨੂੰ ਮਿਲਣ, ਜਦੋਂ ਵੀ ਬਾਦਸ਼ਾਹ ਕੋਲ ਜਾਣ, ਉਹਨਾਂ ਨੂੰ ਕੋਈ ਨਾ ਕੋਈ ਭੇਟਾ ਚੜ੍ਹਾਈ ਜਾਂਦੀ ਹੈ, ਕੁਝ ਨਾ ਕੁਝ ਦਿੱਤਾ ਜਾਂਦਾ ਹੈ ਤਾਂ ਕਿ ਉਹ ਰਾਜਾ, ਉਹ ਬਾਦਸ਼ਾਹ ਖੁਸ਼ ਹੋ ਜਾਵੇ। ਅਤੇ ਦੂਜਾ ਕੰਮ ਪ੍ਰਜਾ ਇਹ ਕਰਦੀ ਹੈ ਵੀ ਜਦੋਂ ਵੀ ਬਾਦਸ਼ਾਹ ਸਾਹਮਣੇ ਆਵੇ, ਬਾਦਸ਼ਾਹ ਦੀ ਤਾਰੀਫ ਦੇ ਵਿੱਚ ਉੱਚੇ ਉੱਚੇ ਲੱਛੇਦਾਰ ਸ਼ਬਦਾਵਲੀ ਵਰਤ ਕੇ ਉਸ ਰਾਜੇ ਨੂੰ ਕੁਝ ਨਾ ਕੁਝ ਕਹਿਣ, ਵੱਡੇ ਵੱਡੇ ਬੋਲ ਬੋਲਣ ਤਾਂ ਕਿ ਰਾਜਾ ਖੁਸ਼ ਹੋ ਜਾਵੇ। ਦੁਨਿਆਵੀ ਬਾਦਸ਼ਾਹ ਇਸ ਕਰਕੇ ਖੁਸ਼ ਹੁੰਦਾ ਹੈ ਕਿ ਉਹਨੂੰ ਕੁਝ ਚੜ੍ਹਾਇਆ ਜਾਂਦਾ, ਉਹਨੂੰ ਕੁਝ ਭੇਟਾ ਦਿੱਤੀ ਜਾਂਦੀ, ਜਾਂ ਉਹਦੇ ਲਈ ਲੱਛੇਦਾਰ ਸ਼ਬਦਾਵਲੀ ਵਰਤੀ ਜਾਂਦੀ ਹੈ। ਹੁਣ ਗੱਲ ਜੇ ਪਰਮਾਤਮਾ ਦੀ ਕਰੀਏ, ਪਰਮਾਤਮਾ ਨੂੰ ਕਿਵੇਂ ਖੁਸ਼ ਕੀਤਾ ਜਾ ਸਕਦਾ ਹੈ? ਕੀ ਪਰਮਾਤਮਾ ਨੂੰ ਕੋਈ ਭੇਟਾ ਚੜ੍ਹਾਈਏ ਫਿਰ ਪਰਮਾਤਮਾ ਖੁਸ਼ ਹੋਵੇਗਾ? ਜੇ ਅਸੀਂ ਕੁਝ ਰੁਪਈਏ ਪਰਮਾਤਮਾ ਨੂੰ ਟੇਕ ਦਈਏ, ਅਸੀਂ ਮੱਥਾ ਟੇਕਦੇ ਹਾਂ, ਕਿ ਪੈਸੇ ਟੇਕਣ ਦੇ ਨਾਲ ਜਾਂ ਦੁਨੀਆ ਦੀ ਦੌਲਤ ਦੇ ਵਿੱਚੋਂ ਕੁਝ ਦੇ ਦੇਣ ਦੇ ਨਾਲ ਪਰਮਾਤਮਾ ਦਾ ਦਰਬਾਰ ਦਿਸੇਗਾ? ਜੇ ਅਸੀਂ ਦੁਨਿਆਵੀ ਸ਼ਬਦਾਂ ਨੂੰ ਵਰਤ ਕੇ ਉੱਚੀਆਂ ਉੱਚੀਆਂ ਉਦਾਹਰਨਾਂ ਲੈ ਕੇ ਪਰਮਾਤਮਾ ਲਈ ਕੋਈ ਸ਼ਬਦ ਬੋਲੀਏ, ਵੱਧ ਤੋਂ ਵੱਧ ਭਾਸ਼ਾਵਾਂ ਦੇ ਵਿੱਚ ਪਰਮਾਤਮਾ ਨੂੰ ਕੁਝ ਕਹੀਏ, ਕੀ ਪਰਮਾਤਮਾ ਫਿਰ ਖੁਸ਼ ਹੋਵੇਗਾ? ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਪਰਮਾਤਮਾ ਇਸ ਤਰ੍ਹਾਂ ਖੁਸ਼ ਨਹੀਂ ਹੁੰਦਾ। ਗੁਰੂ ਸਾਹਿਬ ਨੇ ਤਾਂ ਸਪਸ਼ਟ ਕਹਿ ਦਿੱਤਾ, ਮਹਾਰਾਜ ਕਹਿੰਦੇ ਤੂੰ ਇਹ ਜੋ ਕੁਝ ਤੇਰੇ ਕੋਲ ਹੈ ਉਹਨਾਂ ਦੇ ਵਿੱਚੋਂ ਪਰਮਾਤਮਾ ਨੂੰ ਕੁਝ ਦੇਣ ਦੀ ਗੱਲ ਕਰਦਾ ਹੈ। ਹੇ ਮਨੁੱਖ,
ਤੂੰ ਸੋਚ ਕੇ ਦੇਖ, ਤੂੰ ਪਰਮਾਤਮਾ ਨੂੰ ਦੇ ਵੀ ਕੀ ਸਕਦਾ ਹੈ? ਜਿੰਨਾ ਵੀ ਕੁਝ ਸਾਡੇ ਕੋਲ ਹੈ, ਸਾਨੂੰ ਸਾਰਾ ਕੁਝ ਤਾਂ ਪਰਮਾਤਮਾ ਨੇ ਦਿੱਤਾ। ਜੋ ਵੀ ਕੁਝ ਸਾਨੂੰ ਮਿਲਿਆ ਸਭ ਕੁਝ ਪਰਮਾਤਮਾ ਤੋਂ ਮਿਲਿਆ। ਜੇ ਇਹ ਸਾਰੀਆਂ ਚੀਜ਼ਾਂ ਪਰਮਾਤਮਾ ਦੀਆਂ ਨੇ ਤੇ ਪਰਮਾਤਮਾ ਤੋਂ ਲੈ ਕੇ ਪਰਮਾਤਮਾ ਨੂੰ ਹੀ ਕੁਝ ਦੇ ਦੇਣਾ, ਇਹ ਕਿੱਡੀ ਕੁ ਸਿਆਣਪ ਵਾਲੀ ਗੱਲ ਹੈ, ਇਹ ਕਿੱਡੀ ਕੁ ਵੱਡੀ ਗੱਲ ਹੈ। ਤੇ ਮਨੁੱਖ ਇਹਨੂੰ ਆਸਾਨ ਸਮਝੇ ਵੀ ਮੈਂ ਗੁਰਦੁਆਰੇ ਜਾ ਕੇ ਕੁਝ ਚੜ੍ਹਾ ਆਂਦਾ ਜੀ, ਮੈਂ ਪਰਮਾਤਮਾ ਨੂੰ ਅੱਜ ਕੁਝ ਦੇ ਕੇ ਆਇਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਪਰਮਾਤਮਾ ਤੋਂ ਹੀ ਲੈ ਕੇ ਪਰਮਾਤਮਾ ਨੂੰ ਹੀ ਦੇ ਦੇਣਾ, ਇਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ। ਇਸ ਤਰ੍ਹਾਂ ਕੀਤਿਆਂ ਕਦੀ ਪਰਮਾਤਮਾ ਦਾ ਦਰਬਾਰ ਨਹੀਂ ਦਿਸਦਾ। ਜੇ ਦੌਲਤਾਂ ਚੜ੍ਹਾਇਆ ਹੀ ਪਰਮਾਤਮਾ ਦਾ ਦਰਬਾਰ ਦਿਸਦਾ ਹੁੰਦਾ ਤੇ ਫਿਰ ਅਮੀਰਾਂ ਨੇ ਪਰਮਾਤਮਾ ਦੀ ਖੁਸ਼ੀ ਲੈ ਲੈਣੀ ਸੀ, ਗਰੀਬਾਂ ਨੇ ਵਿਚਾਰਿਆਂ ਨੇ ਤੜਫਦੇ ਰਹਿ ਜਾਣਾ ਸੀ। ਪਰ ਪਹਿਲੀ ਪੰਕਤੀ ਦੇ ਵਿੱਚ ਮੇਰੇ ਸਤਿਗੁਰੂ ਜੀ ਨੇ ਸਪਸ਼ਟ ਕਿਹਾ ਹੈ, ਸਾਚਾ ਸਾਹਿਬ ਸਾਚ ਨਾਏ। ਉਸ ਸੱਚੇ ਪਰਮਾਤਮਾ ਦਾ ਇਨਸਾਫ ਸੱਚਾ ਹੈ, ਉਹ ਕਦੀ ਦੌਲਤ ਦੇ ਨਾਮ ਤੇ ਵਿਤਕਰੇ ਨਹੀਂ ਕਰਦਾ। ਜੇ ਦੌਲਤ ਚੜਾਉਣ ਦੇ ਨਾਲ ਉਹਦੀ ਖੁਸ਼ੀ ਮਿਲਦੀ, ਫਿਰ ਅਮੀਰਾਂ ਨੂੰ ਖੁਸ਼ੀ ਮਿਲ ਜਾਣੀ ਸੀ, ਗਰੀਬਾਂ ਨਾਲ ਵਿਤਕਰਾ ਹੋ ਜਾਣਾ ਸੀ। ਫਿਰ ਕਿਵੇਂ ਕਹਿ ਸਕਣਾ ਸੀ ਵੀ ਉਹਦਾ ਇਨਸਾਫ ਸੱਚਾ ਹੈ? ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਭਾਈ, ਪਰਮਾਤਮਾ ਦਾ ਇਨਸਾਫ ਸੱਚਾ ਹੈ। ਉਹ ਦੌਲਤ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ। ਇਹ ਨਹੀਂ ਵੀ ਕਿੰਨੀ ਦੌਲਤ ਚੜ੍ਹਾਈ ਉਹਦੇ 'ਤੇ ਵੱਧ ਖੁਸ਼ੀ ਹੈ, ਜਿੰਨੇ ਇੱਕ ਥੋੜ੍ਹੇ ਪੈਸੇ ਚੜ੍ਹਾਏ ਉਹਦੇ 'ਤੇ ਘੱਟ ਖੁਸ਼ੀ ਹੈ। ਇਸ ਤਰ੍ਹਾਂ ਨਹੀਂ ਹੈ ਸਾਧ ਸੰਗਤ। ਦੂਜੀ ਗੱਲ, ਮੋਹ ਕੇ ਬੋਲਣ ਬੋਲੀਏ। ਪਰਮਾਤਮਾ ਨੂੰ ਕੀ ਬੋਲੀਏ ਕਿ ਜਿਹਨੂੰ ਜ਼ਿਆਦੀਆਂ ਭਾਸ਼ਾਵਾਂ ਆਉਂਦੀਆਂ ਨੇ ਪਰਮਾਤਮਾ ਉਹਦੇ 'ਤੇ ਖੁਸ਼ ਹੁੰਦਾ? ਕੀ ਜਿਹਨੂੰ ਲੱਛੇਦਾਰ ਸ਼ਬਦਾਵਲੀ ਵਰਤ ਕੇ ਪਰਮਾਤਮਾ ਨੂੰ ਅੱਗੇ ਅਰਦਾਸ ਕਰਨੀ ਆਉਂਦੀ ਹੈ, ਕੀ ਰੱਬ ਉਹਦੇ 'ਤੇ ਖੁਸ਼ ਹੁੰਦਾ? ਤੇ ਜੇ ਰੱਬ ਉਹਦੇ 'ਤੇ ਹੀ ਖੁਸ਼ ਹੁੰਦਾ, ਫਿਰ ਵਿਦਵਾਨਾਂ ਨੇ ਪਰਮਾਤਮਾ ਦੀ ਖੁਸ਼ੀ ਲੈ ਲੈਣੀ ਸੀ, ਅਨਪੜ੍ਹ ਵਿਚਾਰਿਆਂ ਨੇ ਫਿਰ ਤੜਫਦੇ ਰਹਿ ਜਾਣਾ ਸੀ। ਪਰ ਮਹਾਰਾਜ ਨੇ ਕਿਹਾ ਨਹੀਂ ਭਾਈ, ਉਹਦਾ ਇਨਸਾਫ ਸੱਚਾ ਹੈ। ਉਹ ਕਦੀ ਅਨਪੜ੍ਹਾਂ ਦੇ ਨਾਲ ਵਿਤਕਰੇ ਨਹੀਂ ਕਰਦਾ। ਜਿਹਨੂੰ ਸ਼ਬਦਾਂ ਦੀ ਸੋਝੀ ਨਹੀਂ, ਜਿਹਨੂੰ ਅੱਖਰਾਂ ਦੀ ਸੋਝੀ ਨਹੀਂ, ਪਰਮਾਤਮਾ ਉਹਨਾਂ ਦੇ ਨਾਲ ਵਿਤਕਰਾ ਨਹੀਂ ਕਰਦਾ, ਕਿਉਂਕਿ ਪਰਮਾਤਮਾ ਦਾ ਇਨਸਾਫ ਸੱਚਾ। ਜੇ ਇਨਸਾਫ ਸੱਚਾ ਹੈ ਤਾਂ ਹੀ ਮਹਾਰਾਜ ਕਹਿੰਦੇ ਨੇ ਨਾ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਭਾਵੇਂ ਪੜ੍ਹਿਆ ਹੋਵੇ ਭਾਵੇਂ ਅਨਪੜ੍ਹ ਹੋਵੇ, ਦੋਨੋਂ ਹੀ ਪਰਮਗਤੀ ਪਾ ਸਕਦੇ ਨੇ। ਤੇ ਜੇ ਉਹ ਵੱਡੀਆਂ ਦਲੀਲਾਂ ਦੇ ਨਾਲ ਹੀ ਖੁਸ਼ ਹੁੰਦਾ ਤੇ ਫਿਰ ਅਨਪੜ੍ਹ ਵਿਚਾਰਿਆਂ ਨੂੰ ਪਰਮਗਤੀ ਕਿਵੇਂ ਮਿਲਣੀ ਸੀ? ਤੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਦਾ ਦਰਬਾਰ ਨਹੀਂ ਦਿਸਦਾ। ਤੁਸੀਂ ਦੁਨਿਆਵੀ ਦੌਲਤਾਂ ਦੇ ਵਿੱਚੋਂ ਕੁਝ ਭੇਟਾਵਾਂ ਰੱਖ ਦੇਵੋ, ਇਸ ਤਰ੍ਹਾਂ ਉਹਦਾ ਦਰਬਾਰ ਦਿਸਣ ਨਹੀਂ ਲੱਗਾ। ਦੁਨਿਆਵੀ ਭਾਸ਼ਾਵਾਂ ਨੂੰ ਵਰਤ ਕੇ ਵੱਡੀਆਂ ਉਦਾਹਰਨਾਂ ਦੇ ਕੇ ਪਰਮਾਤਮਾ ਨੂੰ ਕੁਝ ਆਖੋ, ਇਸ ਤਰ੍ਹਾਂ ਪਰਮਾਤਮਾ ਦਾ ਪਿਆਰ ਨਹੀਂ ਮਿਲਣ ਲੱਗਾ। ਫਿਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀਓ, ਤੁਸੀਂ ਹੀ ਦੱਸ ਦਿਓ ਕਿ ਉਸ ਪਰਮਾਤਮਾ ਦਾ ਦਰਬਾਰ ਕਿਵੇਂ ਦਿਸੇਗਾ, ਉਸ ਪਰਮਾਤਮਾ ਦੀ ਖੁਸ਼ੀ ਕਿਵੇਂ ਮਿਲੇਗੀ? ਤੇ ਮੇਰੇ ਸਤਿਗੁਰੂ ਜੀ ਨੇ ਫਿਰ ਇੱਕ ਪੰਕਤੀ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਮਹਾਰਾਜ ਨੇ ਜਵਾਬ ਦਿੱਤਾ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦੇ ਨਾਮ ਦੀ ਸਲੋਤਾ ਕਰ, ਉਹਦੀ ਵਡਿਆਈ ਦੀ ਵਿਚਾਰ ਕਰ। ਇਸ ਤਰ੍ਹਾਂ ਕਰੇਗਾ ਤਾਂ ਹੀ ਪਰਮਾਤਮਾ ਦੀ ਖੁਸ਼ੀ ਮਿਲ ਸਕਦੀ ਹੈ, ਤਾਂ ਹੀ ਪਰਮਾਤਮਾ ਦਾ ਦਰਬਾਰ ਦਿਸ ਸਕਦਾ ਹੈ। ਗੁਰਬਾਣੀ ਦੇ ਵਿੱਚ ਅੰਮ੍ਰਿਤ ਵੇਲੇ ਦੇ ਬਾਬਤ ਬਹੁਤ ਪ੍ਰਮਾਣ ਮਿਲ ਜਾਣਗੇ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੋ ਫੁਰਮਾਨ ਹੋਆ ਵਰਸੋਹ ਕਿਰਪਾ ਧਾਰ। ਮਹਾਰਾਜ ਕਹਿੰਦੇ ਕਿਸੇ ਜਗਿਆਸੂ ਦੀ ਪੁਕਾਰ ਤਾਂ ਹੀ ਸੁਣੀ ਜਾ ਸਕਦੀ ਹੈ ਜੇ ਉਹ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦੀ ਸਿਫਤ ਸਲੋਤਾ ਕਰੇਗਾ, ਉਹਦੀ ਵਡਿਆਈ ਦੀ ਵਿਚਾਰ ਕਰੇਗਾ। ਇਹ ਅੰਮ੍ਰਿਤ ਵੇਲਾ ਕੀ ਹੈ ਸਾਧ ਸੰਗਤ? ਇੱਕ ਮੈਂ ਇਹ ਬੇਨਤੀ ਕਰ ਦੇਵਾਂ, ਇਹ ਸੁਬਾਹ ਦਾ ਵਕਤ, ਇਸ ਵਕਤ ਨੂੰ ਸੰਭਾਲਣਾ, ਹਾਲਾਂਕਿ ਪਹਿਲਾਂ ਵੀ ਧਰਮਾਂ ਨੇ ਬਹੁਤ ਇਹਦੇ 'ਤੇ ਜ਼ੋਰ ਦਿੱਤਾ, ਪਰ ਅੰਮ੍ਰਿਤ ਵੇਲਾ ਸ਼ਬਦ ਵਰਤਣ ਵਾਲੇ ਪਹਿਲੇ ਰਹਿਬਰ ਧੰਨ ਗੁਰੂ ਨਾਨਕ ਸਾਹਿਬ ਨੇ, ਜਿਨ੍ਹਾਂ ਨੇ ਇਸ ਵਕਤ ਨੂੰ ਅੰਮ੍ਰਿਤ ਵੇਲਾ ਨਾਮ ਦਿੱਤਾ। ਅੰਮ੍ਰਿਤ ਵੇਲਾ ਕੀ ਹੁੰਦਾ ਹੈ? ਅੰਮ੍ਰਿਤ ਵੇਲਾ ਉਹ ਵੇਲਾ ਹੁੰਦਾ ਹੈ ਜਦੋਂ ਸਾਡਾ ਮਨ ਬਿਲਕੁਲ ਸ਼ਾਂਤ ਹੁੰਦਾ ਹੈ, ਦੁਨਿਆਵੀ ਰੁਝੇਵਿਆਂ ਤੋਂ ਪਰੇ ਹੁੰਦਾ ਹੈ, ਕੋਈ ਚਿੰਤਾ ਨਹੀਂ ਹੁੰਦੀ ਤੇ ਬਹੁਤੇ ਰੌਲਾ ਰੱਪਾ ਨਹੀਂ ਹੁੰਦਾ, ਕੋਈ ਰੌਲਾ ਰੱਪਾ ਨਹੀਂ ਹੁੰਦਾ। ਉਸ ਵੇਲੇ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਤੇ ਆਮ ਤੌਰ 'ਤੇ ਇਹ ਵੇਲਾ ਉਹ ਵੇਲਾ ਹੁੰਦਾ ਹੈ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ 3 ਘੰਟੇ ਜਿਹੜੇ ਬਤੀਤ ਹੁੰਦੇ ਨੇ, ਉਹਨਾਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਭਾਵੇਂ ਸਰਦੀ ਹੋਵੇ ਗਰਮੀ ਹੋਵੇ, ਸੂਰਜ ਚੜ੍ਹਨ ਤੋਂ ਪਿਛਲੇ 3 ਜਿਹੜੇ ਘੰਟੇ ਨੇ ਉਹ ਸਾਰਾ ਅੰਮ੍ਰਿਤ ਵੇਲਾ ਹੁੰਦਾ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਚੌਥਾ ਪਹਿਰ ਵੀ ਸ਼ਬਦ ਵਰਤਿਆ ਗਿਆ, ਰਾਤ ਦਾ ਚੌਥਾ ਪਹਿਰ।
ਆਪਾਂ ਸਾਰੇ ਜਾਣਦੇ ਹਾਂ ਵੀ ਪੂਰੇ ਦਿਨ ਦੇ ਵਿੱਚ 8 ਪਹਿਰ ਹੁੰਦੇ ਨੇ। ਦਿਨ ਦੇ 8 ਪਹਿਰ, ਰਾਤ ਵਾਹਿਗੁਰੂ ਦਿਨ ਦੇ 4 ਪਹਿਰ, ਰਾਤ ਦੇ 4 ਪਹਿਰ। ਅਤੇ ਉਂਝ ਆਪਾਂ ਦੇਖਿਆ ਜਾਵੇ ਪੂਰੇ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ ਅਤੇ ਇੱਕ ਪਹਿਰ ਦੇਖਿਆ ਜਾਵੇ ਤਕਰੀਬਨ 3 ਕੁ ਘੰਟਿਆਂ ਦਾ ਬਣਦਾ ਹੈ। ਤਾਂ ਸੂਰਜ ਚੜ੍ਹਨ ਤੋਂ ਪਿਛਲੇ 3 ਘੰਟੇ ਉਹਨੂੰ ਆਪਾਂ ਅੰਮ੍ਰਿਤ ਵੇਲਾ ਕਹਿ ਸਕਦੇ ਹਾਂ। ਉਸ ਵੇਲੇ ਨੂੰ ਅੰਮ੍ਰਿਤ ਵੇਲਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਉਹ ਵੇਲਾ ਹੁੰਦਾ ਹੈ ਜਦੋਂ ਇਨਸਾਨ ਸਾਰੀ ਰਾਤ ਸੌਂ ਕੇ ਜਾਗਦਾ ਹੈ। ਇੱਕ ਤਾਂ ਉਹਦਾ ਮਨ ਫਰੈਸ਼ ਹੁੰਦਾ, ਦੂਜਾ ਇਸ ਵਕਤ ਉਹਨੂੰ ਕੋਈ ਬਹੁਤੀਆਂ ਚਿੰਤਾਵਾਂ ਨਹੀਂ ਹੁੰਦੀਆਂ, ਦੁਨੀਆ ਦੇ ਵਿੱਚ ਕੋਈ ਬਹੁਤਾ ਰੌਲਾ ਰੱਪਾ ਨਹੀਂ ਹੁੰਦਾ, ਕਿਉਂਕਿ ਪਾਪ ਅਤੇ ਵਕਾਰ ਕਮਾਉਣ ਵਾਲੇ ਜ਼ਿਆਦਾਤਰ ਲੋਕ ਸੁੱਤੇ ਪਏ ਹੁੰਦੇ ਨੇ। ਦੁਨੀਆ ਵਿੱਚ ਕੋਈ ਰੌਲਾ ਰੱਪਾ ਨਹੀਂ ਹੁੰਦਾ। ਪਰ ਸਭ ਤੋਂ ਇੰਪੋਰਟੈਂਟ ਗੱਲ ਗੁਰਬਾਣੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਵਕਤ ਕੁਦਰਤ ਦਾ ਮਾਹੌਲ ਹੀ ਐਸਾ ਹੁੰਦਾ ਹੈ ਕਿ ਉਸ ਵਕਤ ਵਾਤਾਵਰਨ ਦੀਆਂ ਤਰੰਗਾਂ ਹੀ ਬੜੀਆਂ ਪੋਜ਼ਿਟਿਵ ਹੁੰਦੀਆਂ ਨੇ। ਔਰਾ ਬਹੁਤ ਪੋਜ਼ਿਟਿਵ ਹੁੰਦਾ, ਵਾਤਾਵਰਨ ਬਹੁਤ ਪੋਜ਼ਿਟਿਵ ਹੁੰਦਾ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਬਚਨ ਕੀਤਾ, ਚਿੜੀ ਚੌਕੀ ਪਉ ਫੁੱਟੀ ਵਗਣ ਬਹੁਤ ਤਰੰਗ। ਇਹ ਉਹ ਵੇਲਾ ਜਦੋਂ ਪਉ ਫੁਟਾਲਾ ਹੁੰਦਾ, ਚਿੜੀਆਂ ਚਹਿਕ ਉੱਠਦੀਆਂ ਅਤੇ ਮਹਾਰਾਜ ਕਹਿੰਦੇ ਇਸ ਵਕਤ ਪੋਜ਼ਿਟਿਵ ਤਰੰਗਾਂ ਚੱਲਦੀਆਂ ਨੇ। ਉਹ ਤਰੰਗਾਂ ਜਿਨ੍ਹਾਂ ਤਰੰਗਾਂ ਨੂੰ ਮਾਣ ਕੇ ਸਾਡਾ ਮਨ ਜੁੜਨ ਦੀ ਸੰਭਾਵਨਾ ਵੱਧ ਜਾਂਦੀ ਹੈ। ਚਿੜੀ ਚੌਕੀ ਪਉ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ। ਇਸ ਵਕਤ ਵਾਤਾਵਰਨ ਦਾ ਮਾਹੌਲ ਬਹੁਤ ਪੋਜ਼ਿਟਿਵ ਹੁੰਦਾ। ਬਾਬਾ ਫਰੀਦ ਸਾਹਿਬ ਨੇ ਤਾਂ ਕਹਿ ਦਿੱਤਾ ਵੀ ਇਹ ਉਹ ਵੇਲਾ ਹੁੰਦਾ ਹੈ ਜਦੋਂ ਨਾਮ ਰੂਪੀ ਕਸਤੂਰੀ ਵੰਡੀ ਜਾ ਰਹੀ ਹੈ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆ ਮਿਲੈ ਨਾ ਭਾਓ, ਜਿਨ੍ਹਾਂ ਨੈਣ ਨੀਂਦ ਰਾਵਲੇ ਤਿਨਾਂ ਮਿਲਣ ਕੋ ਆਓ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਰਾਤ ਦੇ ਚੌਥੇ ਪਹਿਰ ਉਸ ਪਰਮਾਤਮਾ ਵੱਲੋਂ ਬਖਸ਼ਿਸ਼ਾਂ ਵੰਡੀਆਂ ਜਾ ਰਹੀਆਂ ਨੇ, ਨਾਮ ਦੀ ਕਸਤੂਰੀ, ਨਾਮ ਦੀ ਸੁਗੰਧੀ ਵੰਡੀ ਜਾ ਰਹੀ ਹੈ। ਅਤੇ ਮਹਾਰਾਜ ਕਹਿੰਦੇ ਇਸ ਵਕਤ ਜਿਹੜੇ ਸੁੱਤੇ ਪਏ ਨੇ ਫਿਰ ਉਹ ਇਸ ਹਿੱਸੇ ਤੋਂ ਵਾਂਝੇ ਰਹਿ ਜਾਂਦੇ ਨੇ। ਉਹਨਾਂ ਨੂੰ ਨਾਮ ਦੀ ਕਸਤੂਰੀ ਕਿਵੇਂ ਮਿਲੇ? ਜਿਨ੍ਹਾਂ ਨੈਣ ਨੀਂਦ ਰਾਵਲੇ ਤਿਨਾਂ ਮਿਲਣ ਕਵਾਓ। ਜਿਨ੍ਹਾਂ ਦੇ ਨੈਣਾਂ 'ਚ ਨੀਂਦ ਹੈ, ਜਿਹੜੇ ਸੁੱਤੇ ਹੀ ਪਏ ਨੇ, ਉਹਨਾਂ ਨੂੰ ਇਹ ਨਾਮ ਰੂਪੀ ਕਸਤੂਰੀ ਫਿਰ ਕਿਵੇਂ ਮਿਲ ਸਕਦੀ ਹੈ? ਤੋ ਇਹ ਵੇਲਾ ਬਹੁਤ ਪੋਜ਼ਿਟਿਵ ਹੁੰਦਾ ਹੈ। ਇਹਨੂੰ ਗੁਰੂ ਅੰਗਦ ਸਾਹਿਬ ਨੇ ਵੀ ਮੋਹਰ ਲਾਈ। ਮਹਾਰਾਜ ਕਹਿੰਦੇ ਚੌਥੇ ਪਹਿਰ ਸਬਾਹਕ ਹੈ, ਸੁਰਤਿਆਂ ਉਪਜੈ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਮਹਾਰਾਜ ਕਹਿੰਦੇ ਰਾਤ ਦੇ ਚੌਥੇ ਪਹਿਰ ਉੱਚੀ ਸੁਰਤ ਵਾਲਿਆਂ ਦੇ ਅੰਦਰ ਚਾਓ ਪੈਦਾ ਹੋ ਜਾਂਦਾ ਉਹਦੀ ਵਡਿਆਈ ਕਰਨ ਦਾ। ਉਹਨਾਂ ਦੀ ਦੋਸਤੀ ਸਤ ਸੰਗਤ ਨਾਲ ਪੈ ਜਾਂਦੀ ਹੈ। ਉਹਨਾਂ ਦੇ ਮਨ ਵਿੱਚ ਅਤੇ ਉਹਨਾਂ ਦੇ ਮੁਖ 'ਤੇ ਪਰਮਾਤਮਾ ਦਾ ਸੱਚਾ ਨਾਮ ਚੱਲਦਾ। ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ। ਇਹਨੂੰ ਮਨਮੁਖ ਇਕੱਠਾ ਨਹੀਂ ਪੜ੍ਹਨਾ, ਕਿਉਂਕਿ ਮਨਮੁਖ ਇਕੱਠਾ ਪੜ੍ਹਾਂਗੇ ਅਤੇ ਇਹ ਬਣ ਜਾਏਗਾ ਵੀ ਮਨ ਨੂੰ ਮੁੱਖ ਰੱਖ ਕੇ ਚੱਲਣ ਵਾਲਾ। ਪਰ ਨਹੀਂ, ਇੱਥੇ ਮਨ ਮੁੱਖ ਅਲੱਗ-ਅਲੱਗ ਨੇ। ਮਨ ਤੋਂ ਭਾਵ ਮਨ ਦੇ ਵਿੱਚ ਵੀ ਸੱਚਾ ਨਾਮ ਚੱਲ ਰਿਹਾ, ਮੁੱਖ ਤੋਂ ਭਾਵ ਮੁੱਖ ਦੇ ਵਿੱਚ ਵੀ ਸੱਚਾ ਨਾਮ ਚੱਲ ਰਿਹਾ। ਜਿਨ੍ਹਾਂ ਦੀ ਸੁਰਤੀ ਉੱਚੀ ਹੈ ਉਹਨਾਂ ਦੇ ਅੰਦਰ ਚਾਓ ਪੈਦਾ ਹੋ ਜਾਂਦਾ ਪਰਮਾਤਮਾ ਦੀ ਸਿਫਤ ਕਰਨ ਦਾ। ਅਤੇ ਗੁਰੂ ਅੰਗਦ ਸਾਹਿਬ ਕਹਿੰਦੇ ਇਹ ਅੰਮ੍ਰਿਤ ਵੇਲਾ ਉਹ ਵੇਲਾ ਹੈ ਜਦੋਂ ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ। ਉੱਥੇ ਨਾਮ ਰੂਪੀ ਅੰਮ੍ਰਿਤ ਵੰਡਿਆ ਜਾ ਰਿਹਾ ਹੈ। ਅਤੇ ਮੈਂ ਬੇਨਤੀ ਕਰਾਂ, ਜਿਸ ਵੇਲੇ ਉਸ ਪਰਮਾਤਮਾ ਵੱਲੋਂ ਬਖਸ਼ਿਸ਼ਾਂ ਵੰਡੀਆਂ ਜਾ ਰਹੀਆਂ ਨੇ ਉਸ ਵਕਤ ਅੱਧੀ ਤੋਂ ਵੱਧ ਮਨੁੱਖਤਾ ਸੁੱਤੀ ਪਈ ਹੁੰਦੀ ਹੈ। ਮੰਨ ਲਓ ਇੱਕ ਵੇਲਾ ਮਿਥ ਲਿਆ ਗਿਆ ਸਰਕਾਰ ਵੱਲੋਂ ਵੀ ਇਸ ਵਕਤ ਰਾਸ਼ਨ ਮਿਲਣਾ ਹੈ ਜੀ। ਹੁਣ ਜਿਹੜੇ ਤਾਂ ਉਸ ਵਕਤ ਜਾਗਦੇ ਹੋਣਗੇ, ਉਸ ਵਕਤ ਮੌਜੂਦ ਹੋਣਗੇ, ਉਹ ਤਾਂ ਆਪਣਾ ਹਿੱਸਾ ਲੈ ਜਾਣਗੇ। ਅਤੇ ਜਿਹੜੇ ਉਸ ਵਕਤ ਮੌਜੂਦ ਹੀ ਨਹੀਂ ਉਹਨਾਂ ਨੂੰ ਆਪਣਾ ਹਿੱਸਾ ਕਿਵੇਂ ਮਿਲੇਗਾ? ਉਹ ਤਾਂ ਹਿੱਸੇ ਤੋਂ ਵਾਂਝੇ ਰਹਿ ਜਾਣਗੇ ਨਾ। ਅੰਮ੍ਰਿਤ ਵੇਲਾ ਉਹ ਵੇਲਾ ਹੈ ਜਦੋਂ ਪਰਮਾਤਮਾ ਦੇ ਵੱਲੋਂ ਬਖਸ਼ਿਸ਼ਾਂ ਨਾਮ ਰੂਪੀ ਅੰਮ੍ਰਿਤ, ਨਾਮ ਰੂਪੀ ਕਸਤੂਰੀ ਵੰਡੀ ਜਾ ਰਹੀ ਹੈ। ਅਤੇ ਜਿਹੜੇ ਇਸ ਵਕਤ ਸੁੱਤੇ ਹੀ ਪਏ ਨੇ ਉਹ ਇਸ ਹਿੱਸੇ ਦੇ ਮਾਲਕ ਕਿਵੇਂ ਬਣ ਸਕਦੇ ਨੇ? ਉਹ ਇਸ ਬਖਸ਼ਿਸ਼ ਦੇ ਪਾਤਰ ਕਿਵੇਂ ਬਣ ਸਕਦੇ ਨੇ? ਇਸ ਕਰਕੇ ਜੇ ਕੋਈ ਆਪਣੇ ਜੀਵਨ ਦੇ ਵਿੱਚ ਬਖਸ਼ਿਸ਼ ਚਾਹੁੰਦਾ ਹੈ ਉਹ ਅੰਮ੍ਰਿਤ ਵੇਲਾ ਸੰਭਾਲਣਾ ਸਿੱਖ ਲਵੇ। ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲਣਾ ਸਿੱਖ ਲਿਆ ਉਹਨਾਂ ਨੂੰ ਬਖਸ਼ਿਸ਼ਾਂ ਲੈਣੀਆਂ ਆ ਗਈਆਂ। ਸਾਧ ਸੰਗਤ ਮਹਾਰਾਜ ਕਹਿੰਦੇ ਚੌਥੇ ਪਹਿਰ ਸਬਾਹਕ ਹੈ, ਸੁਰਤਿਆਂ ਉਪਜੈ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਓ। ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ। ਇਹ ਉਹ ਵੇਲਾ ਹੈ ਜਦੋਂ ਨਾਮ ਰੂਪੀ ਅੰਮ੍ਰਿਤ ਵੰਡਿਆ ਜਾ ਰਿਹਾ, ਜਦੋਂ ਤਰੰਗਾਂ ਬਹੁਤ ਪੋਜ਼ਿਟਿਵ ਨੇ, ਔਰਾ ਬਹੁਤ ਪੋਜ਼ਿਟਿਵ ਹੈ, ਕੁਦਰਤ ਦਾ ਵਾਤਾਵਰਨ ਬਹੁਤ ਪੋਜ਼ਿਟਿਵ ਹੈ। ਪਰਮਾਤਮਾ ਵੱਲੋਂ ਬਣਤਰ ਹੀ ਐਸੀ ਬਣੀ ਹੈ। ਅਤੇ ਤੁਸੀਂ ਵੈਸੇ ਵੀ ਦੇਖ ਲਵੋ
ਇਸ ਵੇਲੇ ਜ਼ਿਆਦਾਤਰ ਵਕਾਰੀ ਤੇ ਪਾਪੀ ਬੰਦੇ ਸੁੱਤੇ ਪਏ ਹੁੰਦੇ ਨੇ। ਚੋਰ ਉਚੱਕੇ ਵਕਾਰੀ ਬੰਦੇ ਰਾਤਾਂ ਨੂੰ ਜਾਗਦੇ ਨੇ, ਇਸ ਵਕਤ ਆ ਕੇ ਸੌਂ ਜਾਂਦੇ ਨੇ, ਤੇ ਇਸ ਵਕਤ ਜ਼ਿਆਦਾਤਰ ਸਾਧੂ ਤੇ ਸੰਤ ਬੰਦੇ ਜਾਗਦੇ ਨੇ। ਤੇ ਇਸ ਕਰਕੇ ਇਸ ਵਾਤਾਵਰਨ ਦਾ ਮਾਹੌਲ ਬਹੁਤ ਸੁੱਚਾ ਹੋ ਜਾਂਦਾ ਹੈ ਸਾਧ ਸੰਗਤ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਜੇ ਉਹਦੇ ਦਰਬਾਰ ਤੱਕ ਪਹੁੰਚਣਾ ਚਾਹੁੰਦਾ ਹੈ, ਜੇ ਪਰਮਾਤਮਾ ਦੀ ਬਖਸ਼ਿਸ਼ ਲੈਣਾ ਚਾਹੁੰਦਾ ਹੈ, ਜੇ ਪਰਮਾਤਮਾ ਦਾ ਪਿਆਰ ਮੰਨਣਾ ਚਾਹੁੰਦਾ ਹੈ, ਤਾਂ ਅੰਮ੍ਰਿਤ ਵੇਲਾ ਸੰਭਾਲਣਾ ਸਿੱਖ ਲੈ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਇਸ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੀ ਤੁਲਨਾ ਸੋਨੇ ਦੇ ਕੁਠਾਲੀ ਦੇ ਵਿੱਚ ਸੜਨ ਦੇ ਨਾਲ ਕੀਤੀ ਹੈ। ਮਹਾਰਾਜ ਨੇ ਬਚਨ ਕੀਤਾ, ਕੰਚਨ ਕਾਇਆ ਕੱਸੀਐ ਵੰਨੀ ਚੜ੍ਹੈ ਚੜਾਓ, ਜੇ ਹੋਵੈ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ। ਕਿਉਂਕਿ ਤੁਸੀਂ ਦੇਖੋ ਸਾਧ ਸੰਗਤ, ਅੰਮ੍ਰਿਤ ਵੇਲੇ ਉੱਠਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਬੜੇ ਚੰਗੀ ਭਾਵਨਾ ਵਾਲੇ ਵੀ ਕੋਸ਼ਿਸ਼ਾਂ ਕਰ ਰਹੇ ਨੇ ਵੀ ਸਾਨੂੰ ਅੰਮ੍ਰਿਤ ਵੇਲਾ ਮਿਲੇ। ਅਲਾਰਮ ਲਾ ਕੇ ਸੌਂਦੇ ਨੇ, ਉੱਚੇ ਉੱਚੇ ਅਲਾਰਮ ਲਾ ਕੇ ਸੌਂਦੇ ਨੇ, ਉੱਠਿਆ ਫਿਰ ਵੀ ਨਹੀਂ ਜਾਂਦਾ। ਅੰਮ੍ਰਿਤ ਵੇਲੇ ਉੱਠਣਾ ਬੜਾ ਵੱਡਾ ਜਪ ਤਪ ਹੈ ਸਾਧ ਸੰਗਤ। ਗੁਰੂ ਅੰਗਦ ਸਾਹਿਬ ਨੇ ਇੱਕ ਉਦਾਹਰਣ ਦੇ ਨਾਲ ਤੁਲਨਾ ਕੀਤੀ ਇਹਦੀ। ਮਹਾਰਾਜ ਕਹਿੰਦੇ, ਜਿਵੇਂ ਇੱਕ ਸੋਨਾ ਕੁਠਾਲੀ ਦੇ ਵਿੱਚ ਪਾ ਕੇ ਸਾੜਿਆ ਜਾਂਦਾ ਹੈ, ਇੰਨੀ ਮੁਸ਼ੱਕਤ ਸੋਨੇ ਦੀ, ਇਸ ਤਰ੍ਹਾਂ ਦੀ ਮੁਸ਼ੱਕਤ ਉਸ ਇਨਸਾਨ ਦੀ ਹੁੰਦੀ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ। ਕਿਉਂਕਿ ਸੋਨਾ ਜਦੋਂ ਕੁਠਾਲੀ ਵਿੱਚ ਪੈਂਦਾ, ਉਹਦੀ ਮੈਲ ਤਾਂ ਲਿਥਦੀ ਏ, ਪਰ ਉਹਦਾ ਸੰਘਰਸ਼ ਬਹੁਤ ਹੈ ਉਸ ਕੁਠਾਲੀ ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ, ਉਹਦੇ ਮਨ ਦੀ ਮੈਲ ਤਾਂ ਉਤਰੇਗੀ, ਪਰ ਉੱਠਣ ਵਾਸਤੇ ਉਹਨੂੰ ਉਸ ਸੋਨੇ ਵਾਂਗੂ ਸੰਘਰਸ਼ ਕਰਨਾ ਪਵੇਗਾ। ਕਿਉਂਕਿ ਮਨ ਨੂੰ ਸਮਝਾਉਣਾ ਸੌਖਾ ਹੈ। ਮਨ ਤਾਂ ਕਹਿੰਦਾ ਵੀ ਸੁੱਤਾ ਰਹਿ, ਵੀ ਭਾਈ ਉੱਠ ਕੇ ਇੰਨੀ ਸੁਬਾਹ ਸੁਬਾਹ ਉੱਠ ਕੇ ਕੀ ਕਰਨਾ, ਬੜਾ ਟਾਈਮ ਪਿਆ। ਮਨ ਨੂੰ ਸਮਝਾਉਣਾ, ਤਨ ਨੂੰ ਰਾਜੀ ਕਰਨਾ, ਭਾਈ ਉੱਠ, ਫਿਰ ਬੰਨ੍ਹ ਕੇ ਬੈਠਣਾ ਵੀ ਭਾਈ ਉਹਨੂੰ ਜਪਣਾ ਹੈ, ਇਹ ਬੜੀ ਵੱਡੀ ਘਾਲਣਾ ਹੈ ਸਾਧ ਸੰਗਤ। ਹੁਣ ਇੱਥੇ ਇੱਕ ਇਸ ਸਵਾਲ ਦਾ ਵੀ ਆਪਾਂ ਸਤਿਗੁਰੂ ਜੀ ਤੋਂ ਜਵਾਬ ਲੈ ਲਈਏ। ਪਾਤਸ਼ਾਹ, ਬੜੇ ਲੋਕ ਚਾਹੁੰਦੇ ਤਾਂ ਹਨ ਵੀ ਅੰਮ੍ਰਿਤ ਵੇਲਾ ਸਾਂਭਿਆ ਜਾਵੇ, ਪਰ ਉੱਠਿਆ ਫਿਰ ਵੀ ਨਹੀਂ ਜਾਂਦਾ। ਮੈਂ ਤਾਂ ਅਕਸਰ ਦੇਖਦਾ ਹੈ, ਦੁਨੀਆ ਦੇ ਵਿੱਚ ਬੜੀਆਂ ਪਰੇਸ਼ਾਨੀਆਂ ਨੇ, ਪਰ ਅੱਧੇ ਤੋਂ ਜ਼ਿਆਦਾ ਜਗਿਆਸੂਆਂ ਦੀ ਪਰੇਸ਼ਾਨੀ ਇਹ ਆ ਵੀ ਉਹਨਾਂ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ। ਮੈਂ ਬੜੇ ਜਗਿਆਸੂ ਦਿਨੇ ਮਾਯੂਸ ਦੇਖੇ ਨੇ। ਪੁੱਛੀਏ ਭਾਈ ਮਾਯੂਸ ਕਿਉਂ ਹੋ, ਉਦਾਸ ਕਿਉਂ ਹੋ, ਤੇ ਇਹੀ ਜਵਾਬ ਮਿਲੇਗਾ ਵੀ ਕੋਸ਼ਿਸ਼ਾਂ ਬਹੁਤ ਨੇ, ਅੰਮ੍ਰਿਤ ਵੇਲੇ ਉੱਠਣ ਦੀਆਂ, ਉੱਠਿਆ ਹੀ ਨਹੀਂ ਜਾਂਦਾ। 1-2 ਦਿਨ ਉੱਠਿਆ ਜਾਂਦਾ, ਬਾਕੀ ਫਿਰ 5 ਦਿਨ ਉਵੇਂ ਦੇ ਉਵੇਂ ਹੀ। ਬੜਾ ਸੰਘਰਸ਼ ਹੈ। ਮੇਰੇ ਸਤਿਗੁਰੂ ਪਾਤਸ਼ਾਹ ਜੀ, ਤੁਸੀਂ ਕੋਈ ਸਾਨੂੰ ਉਪਦੇਸ਼ ਦੇਵੋ ਜਿੱਥੋਂ ਸਾਨੂੰ ਸਮਝ ਲੱਗੇ ਵੀ ਅੰਮ੍ਰਿਤ ਵੇਲਾ ਕਿਵੇਂ ਸੰਭਾਲਿਆ ਜਾਵੇ। ਤੇ ਗੁਰੂ ਅੰਗਦ ਸਾਹਿਬ ਨੇ ਫਿਰ ਇੱਕ ਜਵਾਬ ਦਿੱਤਾ। ਮਹਾਰਾਜ ਕਹਿੰਦੇ, ਆਹ ਕੰਮ ਕਰਨਾ ਸਿੱਖ ਲਓ, ਅੰਮ੍ਰਿਤ ਵੇਲਾ ਵੀ ਸੰਭਾਲਿਆ ਜਾਵੇਗਾ। ਗੁਰੂ ਅੰਗਦ ਸਾਹਿਬ ਮਹਾਰਾਜ ਦਾ ਬਚਨ ਹੈ, ਸੱਤੀ ਪਹਿਰੀ ਸੱਤ ਭਲਾ, ਬਹੀਐ ਪੜ੍ਹਿਆ ਪਾਸ, ਉੱਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ, ਉੱਥੈ ਖੋਟੇ ਸੱਤੀ ਹੈ, ਖਰੇ ਕੀਚੇ ਸਾਬਾਸ। ਮਹਾਰਾਜ ਕਹਿੰਦੇ, ਜੇ ਦਿਨ ਦਾ 8ਵਾਂ ਪਹਿਰ ਸੰਭਾਲਣਾ ਹੈ ਤਾਂ ਆਪਣੇ ਦਿਨ ਦੇ ਪਿਛਲੇ 7 ਪਹਿਰ ਸੰਭਾਲਣੇ ਸਿੱਖ ਲੈ। ਹੁਣ ਇਸ ਗੱਲ ਨੂੰ ਸਮਝਿਓ ਸਾਧ ਸੰਗਤ, ਅੰਮ੍ਰਿਤ ਵੇਲੇ ਉੱਠਣਾ ਕਿਵੇਂ ਉੱਠਿਆ ਜਾਵੇ। ਹੁਣ ਤੁਸੀਂ ਦੇਖੋ, ਜਿਹੜੇ ਲੋਕ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ ਹੈ, ਤੇ ਪਿਛਲੇ 7 ਪਹਿਰ ਉਹ ਵਕਾਰਾਂ 'ਚ ਲੁਭਤ ਹੋਏ ਰਹਿੰਦੇ ਨੇ। ਸਾਰਾ ਦਿਨ ਵਕਾਰ ਕਮਾਉਣ ਵਾਲਾ, ਸਾਰਾ ਦਿਨ ਬੇਈਮਾਨੀ ਕਰਨ ਵਾਲਾ ਇਹ ਕਵੇ ਵੀ ਮੈਂ ਅੰਮ੍ਰਿਤ ਵੇਲੇ ਉੱਠਣਾ, ਤੇ ਉੱਠਿਆ ਨਹੀਂ ਜਾ ਸਕੇਗਾ। ਜੇ ਦਿਨ ਦਾ 8ਵਾਂ ਪਹਿਰ ਸੰਭਾਲਣਾ ਤੇ ਪਿਛਲੇ 7 ਪਹਿਰ ਸੰਭਾਲਣੇ ਪੈਣਗੇ। ਪੜ੍ਹਿਆਂ ਪਾਸ ਬੈਠਣਾ ਪਵੇਗਾ, ਸਤ ਸੰਗਤ 'ਚ ਬੈਠਣਾ ਪਵੇਗਾ। ਇਹਦਾ ਵੀ ਇੱਕ ਕਾਰਨ ਹੈ ਸਾਧ ਸੰਗਤ। ਇਹਦਾ ਕਾਰਨ ਇਹ ਹੈ ਕਿ ਸਾਡੇ ਮਨ ਦੇ ਵਿੱਚ ਇੱਕ ਵਿਕਾਰ ਹੋਵੇ ਨਾ, ਇੱਕ ਵਿਕਾਰ ਦੂਜੇ ਵਿਕਾਰ ਨੂੰ ਜਨਮ ਦਿੰਦਾ ਹੈ। ਕਾਮ ਜਿਹਦੇ ਅੰਦਰ ਹੈ, ਕਾਮ ਕ੍ਰੋਧ ਨੂੰ ਜਨਮ ਦੇਵੇਗਾ, ਕਾਮ ਹੰਕਾਰ ਨੂੰ ਜਨਮ ਦੇਵੇਗਾ, ਕਾਮ ਮੋਹ ਨੂੰ ਜਨਮ ਦੇਵੇਗਾ। ਕਿਉਂਕਿ ਜਿਹਦੇ ਅੰਦਰ ਕਾਮ ਹੈ, ਕ੍ਰੋਧੀ ਵੀ ਹੋਵੇਗਾ। ਇੱਕ ਵਿਕਾਰ ਦੂਜੇ ਵਿਕਾਰ ਨੂੰ ਜਨਮ ਦਿੰਦਾ ਹੈ। ਹੁਣ ਤੁਸੀਂ ਦੇਖੋ, ਸਾਰਾ ਦਿਨ ਕੋਈ ਵਿਕਾਰ ਕਮਾ ਰਿਹਾ ਹੈ, ਸੌਣ ਤੋਂ ਪਹਿਲਾਂ ਵਿਕਾਰ ਕਮਾਇਆ, ਤੇ ਹੁਣ ਜਦੋਂ ਸੁੱਤਾ ਪਿਆ ਹੈ ਬੰਦਾ, ਸੁੱਤੇ ਪਿਆਂ ਇਹਦੇ ਜ਼ਿਆਦਾਤਰ ਇੰਦਰੇ ਹੁਣ ਸੁਚੇਤ ਨਹੀਂ ਹਨ। ਇਹਦੇ ਕੰਨ ਉਹਨੇ ਸੁਚੇਤ ਨਹੀਂ ਜਿੰਨੇ ਦਿਨ ਵੇਲੇ ਹੁੰਦੇ ਨੇ। ਅੱਖਾਂ ਬੰਦ ਨੇ, ਮੂੰਹ ਬੰਦ ਹੈ, ਜ਼ਿਆਦਾਤਰ ਇੰਦਰੇ ਬੰਦ ਨੇ। ਤੇ ਫਿਰ ਹੁਣ ਇਹਦੇ ਮਨ ਦੇ ਵਿੱਚ ਉਹੀ ਕੁਝ ਚੱਲੇਗਾ ਜੋ ਕੁਝ ਇਹਨੇ ਸਾਰਾ ਦਿਨ ਜਿੱਥੇ ਜਿਹੋ ਜਿਹੇ ਮਾਹੌਲ 'ਚ ਬਤੀਤ ਕੀਤਾ, ਜਿਹੋ ਜਿਹੀ ਸੰਗਤ ਦੇ ਵਿੱਚ ਇਹਦਾ ਮਨ ਸਾਰਾ ਦਿਨ ਰਿਹਾ ਹੈ, ਫਿਰ ਰਾਤ ਨੂੰ ਵੀ ਜ਼ਿਆਦਾਤਰ ਉਹੀ ਕੁਝ ਮਨ ਦੇ ਵਿੱਚ ਚੱਲਦਾ ਹੈ। ਤੁਸੀਂ ਤਜਰਬਾ ਕਰਕੇ ਦੇਖ ਲਿਓ, ਕਈ ਵਾਰੀ ਬੱਚੇ ਸੌਣ ਤੋਂ ਪਹਿਲਾਂ ਰਾਤ ਨੂੰ
ਕੋਈ ਹੌਰਰ ਫਿਲਮ, ਡਰਾਉਣੀ ਫਿਲਮ ਦੇਖ ਕੇ ਸੌਣ ਨਾ, ਕਈ ਵਾਰੀ ਰਾਤ ਨੂੰ ਡਰਦੇ ਬੜਬੜਾਉਂਦੇ ਰਹਿੰਦੇ ਨੇ। ਕਿਉਂ? ਕਿਉਂਕਿ ਸੌਣ ਤੋਂ ਪਹਿਲਾਂ ਜੋ ਕੁਝ ਦੇਖ ਕੇ ਸੁੱਤਾ ਹੈ, ਹੁਣ ਸੁੱਤਿਆਂ ਅੱਖਾਂ ਤਾਂ ਬੰਦ ਨੇ, ਇੰਦਰੇ ਬੰਦ ਨੇ, ਹੁਣ ਕੁਝ ਨਵਾਂ ਤਾਂ ਜਾਣਾ ਨਹੀਂ ਮਨ ਦੇ ਵਿੱਚ। ਮਨ ਦੇ ਵਿੱਚ ਉਹੀ ਕੁਝ ਚੱਲੇਗਾ ਜੋ ਪੂਰਾ ਦਿਨ ਕੀਤਾ। ਅਤੇ ਸਾਰੀ ਰਾਤ ਜਿਹਦੇ ਮਨ ਦੇ ਵਿੱਚ ਵਕਾਰ ਚੱਲਦੇ ਪਏ ਹੋਣ, ਕਿਉਂਕਿ ਸਾਰਾ ਦਿਨ ਵਕਾਰਾਂ 'ਚ ਕਮਾਇਆ ਹੈ ਅਤੇ ਰਾਤ ਵੀ ਮਨ ਵਕਾਰਾਂ 'ਚ ਹੀ ਡੁੱਬਿਆ ਰਹੇਗਾ। ਸਾਰੀ ਰਾਤ ਮਨ ਵਕਾਰਾਂ 'ਚ ਡੁੱਬਿਆ ਰਿਹਾ ਹੈ ਅਤੇ ਕਿਵੇਂ ਹੋ ਸਕਦਾ ਵੀ ਅੰਮ੍ਰਿਤ ਵੇਲੇ ਉਹ ਮਨ ਪਰਮਾਤਮਾ ਦੀ ਬੰਦਗੀ ਲਈ ਉੱਦਮ ਕਰ ਲਵੇਗਾ? ਉੱਦਮ ਹੋਣਾ ਹੀ ਨਹੀਂ। ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਸੌਖੇ ਸ਼ਬਦਾਂ 'ਚ ਵੀ ਸਮਝਾਇਆ। ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਇਹਨਾਂ ਸਾਰਿਆਂ ਇੰਦਰੀਆਂ ਦੇ ਵਿੱਚ ਮਨ ਵਰਤ ਰਿਹਾ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਨ ਵਖਾਣਾ, ਜੀਭੇ ਅੰਦਰ ਬੋਲਦਾ ਬਹੁ ਸਾਧ ਲੁਭਾਣਾ, ਹੱਥੀਂ ਕਿਰਤ ਕਮਾਵਦਾ ਪਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਸਾਰਾ ਦਿਨ ਅੱਖਾਂ ਗਲਤ ਦੇਖ ਰਹੀਆਂ ਨੇ ਅਤੇ ਮਨ ਅੱਖਾਂ ਨਾਲ ਜੁੜਿਆ। ਜੋ ਕੁਝ ਅੱਖਾਂ ਤੋਂ ਦੇਖ ਰਹੇ ਆ ਉਹ ਕੁਝ ਮਨ ਦੇ ਵਿੱਚ ਚੱਲਣਾ, ਫਿਰ ਮਨ ਦਾ ਹਿੱਸਾ ਬਣ ਜਾਣਾ। ਜੋ ਕੁਝ ਕੰਨਾਂ ਤੋਂ ਸੁਣ ਰਹੇ ਆ ਉਹ ਮਨ ਦਾ ਹਿੱਸਾ ਬਣ ਜਾਣਾ। ਜਿੱਥੇ ਸਰੀਰ ਵਰਤ ਰਿਹਾ ਹੈ ਉਸ ਮਾਹੌਲ ਦਾ ਜੋ ਵੀ ਕੁਝ ਹੈ ਉਹ ਮਨ ਦਾ ਹਿੱਸਾ ਬਣ ਜਾਣਾ ਅਤੇ ਉਹੀ ਕੁਝ ਮਨ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਣਾ ਹੈ। ਸੁੱਤਿਆਂ ਵੀ ਉਹੀ ਕੁਝ ਮਨ ਦੇ ਵਿੱਚ ਚੱਲਣਾ ਹੈ। ਸਾਰਾ ਦਿਨ ਅੱਖਾਂ ਤੋਂ ਪਰਾਇਆ ਤਨ ਦੇਖਦਾ ਰਿਹਾ ਅਤੇ ਫਿਰ ਰਾਤ ਨੂੰ ਵੀ ਤੇਰੇ ਮਨ ਦੇ ਵਿੱਚ ਕਾਮ ਹੀ ਚੱਲੇਗਾ। ਸਾਰਾ ਦਿਨ ਕੰਨਾਂ ਤੋਂ ਲੱਚਰ ਗੀਤ ਸੁਣਦਾ ਰਿਹਾ ਅਤੇ ਫਿਰ ਰਾਤ ਨੂੰ ਵੀ ਤੇਰੇ ਮਨ ਦੇ ਵਿੱਚ ਲੱਚਰਤਾ ਹੀ ਚੱਲੇਗੀ। ਅਤੇ ਜਿਹਦੇ ਮਨ ਦੇ ਵਿੱਚ ਸਾਰਾ ਦਿਨ ਸਾਰੀ ਰਾਤ ਵਕਾਰ ਚੱਲਦੇ ਰਹੇ ਹੋਣ, ਅੰਮ੍ਰਿਤ ਵੇਲੇ ਉਹਦਾ ਮਨ ਬੰਦਗੀ ਲਈ ਰਾਜੀ ਹੋ ਜਾਵੇਗਾ। ਇਹ ਹੋ ਨਹੀਂ ਸਕਦਾ ਸਾਧ ਸੰਗਤ। ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਵੀ ਅੰਮ੍ਰਿਤ ਵੇਲੇ ਉੱਠਿਆ ਜਾਵੇ ਅਤੇ ਸਾਨੂੰ ਪਿਛਲੇ 7 ਪਹਿਰ ਸੰਭਾਲਣੇ ਪੈਣਗੇ। ਸਾਰਾ ਦਿਨ ਸਤ ਸੰਗਤ ਵਿੱਚ ਰਹਿਣਾ ਪਵੇਗਾ, ਬੇਈਮਾਨੀ ਤੋਂ ਬਚਣਾ ਪਵੇਗਾ, ਲੱਚਰ ਗੀਤਾਂ ਤੋਂ ਬਚਣਾ ਪਵੇਗਾ, ਪਰਾਏ ਤਨ ਦੇਖਣ ਤੋਂ ਬਚਣਾ ਪਵੇਗਾ। ਸਿਆਣੇ ਪੁਰਸ਼ ਤਾਂ ਇਹ ਵੀ ਕਹਿੰਦੇ ਨੇ ਭਾਈ, ਸੌਣ ਤੋਂ ਪਹਿਲਾਂ ਚੰਗਾ ਪੜ੍ਹ ਕੇ ਸੌਵੋ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਸੌਣ ਤੋਂ ਪਹਿਲਾਂ ਵੀ ਨਾਮ ਜਪਣ ਦੀ ਅਤੇ ਕੀਰਤਨ ਸੋਹਲਾ ਕਰਨ ਦੀ ਹਦਾਇਤ ਕੀਤੀ ਹੈ। ਕਿਉਂਕਿ ਸੌਣ ਤੋਂ ਪਹਿਲਾਂ ਜਿਹੜਾ ਬੰਦਾ ਨਾਮ ਜਪ ਕੇ ਸੌਏਗਾ, ਸੌਣ ਤੋਂ ਬਾਅਦ ਵੀ ਸਾਰੀ ਰਾਤ ਉਹਦੇ ਅੰਦਰ ਨਾਮ ਹੀ ਚੱਲੇਗਾ। ਤਜਰਬਾ ਕਰਕੇ ਦੇਖ ਲਿਓ। ਸੌਣ ਤੋਂ ਪਹਿਲਾਂ ਤੁਸੀਂ ਜੇ ਕੋਈ ਫਰੈਸ਼ਰ ਹੈ, ਕਿਉਂਕਿ ਜਿਹੜਾ ਤਾਂ ਬੰਦਗੀ ਵਾਲਾ ਹੈ ਨਾ ਉਹ ਤਾਂ 10 ਮਿੰਟ ਵੀ ਪਹਿਲਾਂ ਕਰਕੇ ਸੌਂ ਜਾਵੇ, ਰਾਤ ਨੂੰ ਬੰਦਗੀ ਚੱਲੇਗੀ। ਪਰ ਜਿਹੜਾ ਕੋਈ ਫਰੈਸ਼ਰ ਹੈ ਨਾ, ਬਿਗਨਰ ਹੈ, ਸੌਣ ਤੋਂ ਪਹਿਲਾਂ 2-3 ਘੰਟੇ ਲਗਾਤਾਰ ਬੰਦਗੀ ਕਰੋ, ਲਗਾਤਾਰ ਪਾਠ ਕਰੋ। ਮਨ ਨਹੀਂ ਵੀ ਜੁੜ ਰਿਹਾ ਤਾਂ ਵੀ ਕਰੋ, ਫਿਰ ਸੌਵੋ ਅਤੇ ਦੇਖਿਓ ਸਾਰੀ ਰਾਤ ਉਹੀ ਕੁਝ ਤੁਹਾਡੇ ਮਨ 'ਚ ਚੱਲੇਗਾ ਜਿਹੜਾ ਪਾਠ ਤੁਸੀਂ ਰਾਤ ਕਰਕੇ ਸੁੱਤੇ ਸੀ। ਅੰਮ੍ਰਿਤ ਵੇਲੇ ਉੱਠੋਗੇ, ਕਈ ਵਾਰੀ ਉਹ ਪੰਕਤੀਆਂ ਜ਼ੁਬਾਨ 'ਤੇ ਚੱਲ ਰਹੀਆਂ ਹੁੰਦੀਆਂ ਨੇ, ਤਜਰਬਾ ਕਰਕੇ ਦੇਖ ਲਿਓ। ਅਤੇ ਜਿਹੜਾ ਬੰਦਾ ਸਾਰਾ ਦਿਨ ਸਤ ਸੰਗਤ ਵਿੱਚ ਰਹੇਗਾ, ਸੌਣ ਤੋਂ ਪਹਿਲਾਂ ਮਨ ਨਾਲ ਕੀਰਤਨ ਸੋਹਲਾ ਕਰਕੇ ਸੁੱਤਾ ਹੈ, ਬੰਦਗੀ ਕਰਕੇ ਸੁੱਤਾ ਹੈ, ਸਾਰੀ ਰਾਤ ਵੀ ਉਹਦੇ ਮਨ ਵਿੱਚ ਫਿਰ ਉਹ ਬੰਦਗੀ ਚੱਲੇਗੀ। ਅਤੇ ਜਦੋਂ ਅੰਮ੍ਰਿਤ ਵੇਲਾ ਹੋਏਗਾ ਉਹਦੇ ਮਨ ਦੇ ਵਿੱਚ ਚਾਉ ਪੈਦਾ ਹੋ ਜਾਵੇਗਾ ਉੱਠ ਕੇ ਪਰਮਾਤਮਾ ਦੀ ਵਿਚਾਰ ਕਰਨ ਦਾ। ਇਸ ਕਰਕੇ ਇਹੀ ਤਰੀਕਾ ਹੈ ਉਸ ਪਰਮਾਤਮਾ ਦੀ ਬਖਸ਼ਿਸ਼ ਲੈਣ ਦਾ, ਅੰਮ੍ਰਿਤ ਵੇਲਾ ਸਾਂਭਣ ਦਾ। 1-2 ਹੋਰ ਤਰੀਕੇ ਮੈਂ ਆਪ ਸੰਗਤ ਦੇ ਸਨਮੁਖ ਰੱਖਣੇ ਚਾਹਾਂਗਾ। ਇੱਕ ਤਾਂ ਸਾਰਾ ਦਿਨ ਭਲੀ ਸੰਗਤ ਵਿੱਚ ਬਤੀਤ ਕਰੀਏ। ਸਾਧ ਸੰਗਤ ਸਾਰਾ ਦਿਨ ਵਕਾਰਾਂ ਤੋਂ ਬਚੀਏ। ਅੰਮ੍ਰਿਤ ਵੇਲਾ ਜ਼ਰੂਰ ਸੰਭਾਲਿਆ ਜਾਵੇਗਾ। ਫਿਲਮਾਂ ਦੇਖਣੀਆਂ ਬੰਦ ਕਰੀਏ, ਗਾਣੇ ਸੁਣਨੇ ਬੰਦ ਕਰੀਏ, ਪਰਾਇਆ ਤਨ ਦੇਖਣਾ ਬੰਦ ਕਰੀਏ। ਜੇ ਸਾਨੂੰ ਦਿਨ ਸੰਭਾਲਣਾ ਆ ਗਿਆ, ਸੌਣ ਤੋਂ ਪਹਿਲਾਂ ਦਾ ਵਕਤ ਸੰਭਾਲਣਾ ਆ ਗਿਆ ਨਾ, ਸਾਨੂੰ ਅੰਮ੍ਰਿਤ ਵੇਲਾ ਵੀ ਸੰਭਾਲਣਾ ਆ ਜਾਵੇਗਾ। ਦੂਸਰਾ, ਪਰਮਾਤਮਾ ਅੱਗੇ ਅਰਦਾਸਾਂ ਕਰਦੇ ਰਿਹਾ ਕਰੀਏ। ਹੇ ਪਰਮਾਤਮਾ, ਕਿਰਪਾ ਕਰ ਸਾਨੂੰ ਅੰਮ੍ਰਿਤ ਵੇਲਾ ਸਾਂਭਣਾ ਆ ਜਾਵੇ ਅਤੇ ਪਿਛਲੇ 7 ਪਹਿਰ ਸਾਂਭਣੇ ਆ ਜਾਣ। ਕਿਉਂਕਿ ਅੰਮ੍ਰਿਤ ਵੇਲੇ ਸਾਂਭਣ ਦੀ ਅਰਦਾਸ ਕਰ ਰਹੇ ਆ ਨਾ, ਉਸ ਤੋਂ ਪਹਿਲਾਂ ਇਹ ਵੀ ਅਰਦਾਸ ਕਰਿਆ ਕਰੀਏ, ਪਰਮਾਤਮਾ ਸਾਨੂੰ ਪਿਛਲੇ 7 ਪਹਿਰ ਵੀ ਸੰਭਾਲਣੇ ਆ ਜਾਣ, ਸਾਨੂੰ ਰਾਤ ਵੀ ਸੰਭਾਲਣੀ ਆ ਜਾਵੇ। ਤੀਸਰਾ, ਨਿਤਨੇਮ ਤੋਂ ਇਲਾਵਾ 1-2 ਪਾਠ ਅਸੀਂ ਇਸ ਕਰਕੇ ਕਰਿਆ ਕਰੀਏ, ਪਰਮਾਤਮਾ ਕਿਰਪਾ ਕਰ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਦੇ। ਅਤੇ ਚੌਥਾ, ਇਹ ਗੱਲ ਬਹੁਤ ਜ਼ਰੂਰੀ ਹੈ ਸਾਧ ਸੰਗਤ, ਸਾਡੇ ਵਿਦਵਾਨ ਸੱਜਣ ਅਕਸਰ ਇਹ ਕਹਿੰਦੇ ਹੁੰਦੇ ਨੇ, ਜੇ ਸੁਬਾਹ ਜਲਦੀ ਉੱਠਣਾ ਚਾਹੁੰਦਾ ਹੈ ਨਾ ਤਾਂ ਰਾਤ ਨੂੰ ਵੇਲੇ ਸਿਰ ਸੌਣਾ ਵੀ ਸਿੱਖ ਲੈ। ਜਿਹੜਾ ਸੁੱਤਾ ਹੀ 1-2 ਵਜੇ ਉਹ ਸੁਬਾਹ 3-4 ਵਜੇ ਕਿਵੇਂ ਉੱਠ ਸਕੇਗਾ ਸਾਧ ਸੰਗਤ? ਤੋ ਇਹਨਾਂ ਤਰੀਕਿਆਂ ਨੂੰ ਮਨ ਦੇ ਵਿੱਚ ਰੱਖਣਾ ਪਵੇਗਾ। ਅੰਮ੍ਰਿਤ ਵੇਲਾ ਫਿਰ ਜ਼ਰੂਰ ਸਾਂਭਿਆ ਜਾਵੇਗਾ। ਅਤੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਚੌਥੇ ਪਹਿਰ ਸਬਾਹ ਕੈ ਸੁਰਤਿਆਂ ਉਪਜੈ ਚਾਉ,
तिना दरियावां स्यों दोस्ती, मन मुख सच्चा नाओ। उथै अमृत वंडियै, करमी होए पसाओ। कंचन काया कसियै, वन्नी चढ़ै चढ़ाओ। जे होवै नदर सराफ की, बहुड़ ना पाई ताओ। सत्ती पहरी सत भला, बहियै पढ़िया पास। उथै पाप पुन विचारियै, कूड़ै घटै रास। उथै खोटे सट्टियै, खरे कीचे साबास। बाबा फरीद साहब कहते ने, फरीदा पिछल रात ना जागिओ है। हुण देखो महाराज ने वार वार समझाया, भाई अमृत वेले उठ, अमृत वेले उठ के उहदी वडियाई विचार कर। इस तरह करेंगा तो परमात्मा का प्यार मिलना ही। पर कई लोग ने जिहड़े जागदे नहीं, अमृत वेले सुत्ते ने। ते महाराज ने जिथे ये कहा भी जिन्ना नैन नींद रावले तिना मिलन कवाओ, जिहड़े इस वक्त सुत्ते पे ने, वो परमात्मा के प्यार नूं किवें मानणगे। ते महाराज ने तो इत्थों तक कह दिता, जिहड़े रात के चौथे पैर जागते नहीं, वो तो ज्यों के भी मरे पे ने, उन्हां दा शरीर व्यर्थ है, किसी काम का नहीं। फरीदा पिछल रात ना जागिओ है, जीवदड़ो मोयो है। जे तै रब विसारिया तो रब ना विसारिओ है। कबीर सूता क्या करे। कबीर जी कह रहे ने, हे भाई सुत्ता की कर रहे हैं, उठ के उन्होंने जपदा क्यों नहीं। तू अज सुत्ता पिया, उन्होंने जप नहीं रहा। याद रखी एक दिन इहो जिहा सौना भी फिर दोबारा उठिया नहीं जाना, फिर मौका गवाच जाना ही। हुण जागण दा वेला है। कबीर सूता क्या करे, उठ के ना जपै मुरार। एक दिन सोवन होएगो, लांबे गोंड पसार। कबीर सूता क्या करे, बैठा रहो अरजाग। जाके संग ते बिछरा, ताही के संग लाग। महाराज ने बड़े प्रमाण दिते, भलके उठ परहुना मेरे घर आवो। पाओ पखाला तिसके, मन तन नित भावो। नाम सुने नाम संग्रह, नामे लिवलावो। गृहो धन सब पवित्र होए, हर के गुण गावो। महाराज कहते, मन मह चितवो चितवनी, उद्यम करो उठनीत। हे भाई, जे उहदे दरबार तक पहुँचना चाहुंदा है, जे उहदा प्यार लेना चाहुंदा है, तो अमृत वेले उठ के उद्यम करके उन्होंने जपना शुरू कर दे, उन्होंने चितवना शुरू कर दे। महाराज कहते, मन मह चितवो चितवनी, उद्यम करो उठ नीत। हर कीर्तन का आहरो, हर देहो नानक के मीत। झालांगे उठ नाम जप। झालांगे दा अर्थ है अमृत वेला, सुबह प्रभात। झालांगे उठ नाम जप, निस बासुर आराध। कारा तुझे ना व्यापई, नानक मिटै उपाद। नाउ प्रभातै शब्द ध्याइयै, छोडो दुनी परीता। प्रणवत नानक दासन दासा, जग हारिया तिन जीता। जीवन सफल उहदा ही होवेगा जिहड़ा अमृत वेले उद्यम करके उहदी बंदगी विच जुड़ेगा। अमृत वेले बंदगी विच जुड़न वाला सारा दिन बंदगी च जुड़िया रहेगा। सारा दिन बंदगी च जुड़न वाला रात नूं भी बंदगी दे विच जुड़िया रहेगा। रात नूं बंदगी च जुड़न वाला अमृत वेले उठ के भी उन्होंने जपेगा। तो जिहदा अमृत वेला सांभिया गया, उहदा जीवन सफल हो जाएगा। आओ इस पौड़ी दे अखरी अर्थ करते हैं। गुरु नानक साहब ने बचन किया, साचा साहिब साच नाए, भाखिया भाओ अपार। गुरु नानक साहब बचन कर रहे ने, साचा साहिब। साचा का अर्थ है अटल रहन वाला, सदीव रहन वाला, जिहदी होंद सदीवी है। वो मालक, वो साहिब सदीव रहन वाला है, साचा है। साच ना है, फिर उहदा इंसाफ भी सच्चा है, उहदा नियम भी सच्चा है। भाख्या का अर्थ हुंदा है बोली, ते उहदी बोली की है, भाव। उहदी बोली है प्रेम, उहदी बोली है प्यार। भाख्या भाव अपार, ते पहुँच तो परे है, अपार है। फिर महाराज कहते, आखे मंगे देह देह, दात करे दातार। असी जीव उस परमात्मा तो मंगते रहने, आखते रहने, परमात्मा सानू ये भी दे, सानू वो भी दे। ते ओ परमात्मा बिना झिझकते सानू दातां दिंदा रहिंदा है। दात करे दातार, दई जा रहा, दई जा रहा। फिर के अगे रखी है, जित दिसै दरबार। गुरु नानक साहब कहते, जे असी सब कुछ मंगते परमात्मा तो हाँ, सब कुछ मिल परमात्मा तो रहा है, फिर उस परमात्मा अगे की रखिए कि उहदा दरबार दिस पवे। मोह के बोलन बोली है, जित सुन धरे प्यार। मोह केड़े बोल बोलीए, केड़ी भाषा बोलीए, केड़े शब्द बोलीए जिन्हों सुन के परमात्मा साडे नाल प्यार करन लग पवे। तो फिर महाराज ने जवाब दिता, अमृत वेला सच नाओ, वडियाई विचार। महाराज कहते, जे उस परमात्मा के दरबार तक पहुँचना चाहुंदा है,
ਜੇ ਪਰਮਾਤਮਾ ਦੇ ਪਿਆਰ ਨੂੰ ਹਾਸਲ ਕਰਨਾ ਚਾਹੁੰਦਾ ਹੈ ਤਾਂ ਬਸ ਆਹ ਕੰਮ ਕਰਨਾ ਸ਼ੁਰੂ ਕਰ ਦੇ। ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ 3 ਘੰਟੇ ਪਹਿਲਾਂ ਉੱਠ ਕੇ, ਉਸ ਵੇਲੇ ਉੱਠ ਕੇ ਜਦੋਂ ਦੁਨੀਆ ਦਾ ਕੋਈ ਰੌਲਾ ਰੱਪਾ ਨਹੀਂ, ਪ੍ਰਭਾਤ ਵੇਲੇ ਉੱਠ ਕੇ, ਰਾਤ ਦੇ ਚੌਥੇ ਪਹਿਰ ਉੱਠ ਕੇ ਉਸ ਪਰਮਾਤਮਾ ਦੇ ਸੱਚੇ ਨਾਮ ਦਾ ਜਾਪ ਕਰ, ਉਹਦੀ ਵਡਿਆਈ ਦੀ ਵਿਚਾਰ ਕਰ। ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਕਰਮੀ ਤੋਂ ਭਾਵ ਉਹਦੀ ਬਖਸ਼ਿਸ਼ ਦੇ ਸਦਕਾ ਤੈਨੂੰ ਪਿਆਰ ਰੂਪੀ ਕੱਪੜਾ ਮਿਲੇਗਾ, ਸਿਫਤ ਸਲੋਤਾ ਰੂਪੀ ਕੱਪੜਾ ਮਿਲੇਗਾ। ਨਦਰੀ ਮੋਖ ਦੁਆਰ, ਜੇ ਅੰਮ੍ਰਿਤ ਵੇਲੇ ਉੱਠੇਗਾ ਉਹਦੀ ਬਖਸ਼ਿਸ਼ ਮਿਲੇਗੀ, ਉਹਦੀ ਬਖਸ਼ਿਸ਼ ਮਿਲੇਗੀ ਤੇ ਪਿਆਰ ਰੂਪੀ ਕੱਪੜਾ ਮਿਲੇਗਾ। ਉਹਦੀ ਬਖਸ਼ਿਸ਼ ਮਿਲੇਗੀ, ਵਕਾਰਾਂ ਤੋਂ ਖਲਾਸੀ ਮਿਲੇਗੀ। ਜੇ ਉਹਦੀ ਬਖਸ਼ਿਸ਼ ਮਿਲੇਗੀ ਤਾਂ ਹੀ ਉਹਨੂੰ ਤੈਨੂੰ ਉਸ ਪਰਮਾਤਮਾ ਦਾ ਦਰਬਾਰ ਮਿਲੇਗਾ। ਦੇਖੋ ਹੁਣ ਮਹਾਰਾਜ ਨੇ ਸਪਸ਼ਟ ਕਰ ਦਿੱਤਾ, ਅੰਮ੍ਰਿਤ ਵੇਲਾ ਸਾਂਭ, ਫਿਰ ਕੀ ਹੋਵੇਗਾ? ਕਰਮੀ ਆਵੇ ਕੱਪੜਾ, ਫਿਰ ਉਹਦੀ ਬਖਸ਼ਿਸ਼ ਦੇ ਸਦਕਾ ਪਿਆਰ ਰੂਪੀ ਕੱਪੜਾ ਮਿਲੇਗਾ। ਨਦਰੀ, ਨਦਰੀ ਤੋਂ ਭਾਵ ਉਹਦੀ ਮਿਹਰ ਭਰੀ ਨਜ਼ਰ ਦੇ ਸਦਕਾ ਮੋਖ ਦੁਆਰ, ਤੈਨੂੰ ਖਲਾਸੀ ਮਿਲੇਗੀ ਤੇ ਉਹਦਾ ਦਰਬਾਰ ਮਿਲ ਜਾਵੇਗਾ। ਤੇ ਹੁਣ ਦਰਬਾਰ ਕਿੱਥੇ ਹੈ, ਕਿਵੇਂ ਮਿਲੇਗਾ? ਤੇ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਕਹਿੰਦੇ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਮਹਾਰਾਜ ਕਹਿੰਦੇ ਉਹਦੀ ਬਖਸ਼ਿਸ਼ ਦੇ ਸਦਕਾ ਤੈਨੂੰ ਇਹ ਅਹਿਸਾਸ ਹੋ ਜਾਵੇਗਾ, ਤੂੰ ਐਵੇਂ ਜਾਣਨ ਲੱਗ ਜਾਵੇਂਗਾ ਕਿ ਸਭ ਆਪੇ ਸਚਿਆਰ, ਸਭ ਥਾਈਂ ਉਹ ਸਚਿਆਰ ਪਰਮਾਤਮਾ ਆਪ ਹੀ ਮੌਜੂਦ ਹੈ। ਸਾਰੀਆਂ ਥਾਵਾਂ 'ਤੇ ਉਹਦਾ ਦਰਬਾਰ ਹੀ ਹੈ, ਸੂਖਮ ਤੌਰ 'ਤੇ ਉਹ ਹਰ ਥਾਂ 'ਤੇ ਵਸਿਆ ਹੋਇਆ ਹੈ। ਅੰਮ੍ਰਿਤ ਵੇਲਾ ਸਾਂਭੀਏ ਤਾਂ ਹੀ ਅਸੀਂ ਉਸ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹਾਂ। ਅੱਜ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਸਤਿਗੁਰੂ ਜੀ ਬਖਸ਼ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।